ਦੁਨੀਆ ਭਰ ਦੇ ਵਿੱਚ ਕਰੋਨਾ ਮਹਾਮਾਰੀ ਚੱਲ ਰਹੀ ਹੈ ਤੇ ਇਸ ਕਰੋਨਾ ਮਹਾਮਾਰੀ ਦੇ ਖਿਲਾਫ ਲੜੀ ਜਾ ਰਹੀ ਜੰਗ ਦੇ ਵਿੱਚ ਹੈਲਥ ਵਰਕਰ ਚਾਹੇ ਉਹ ਡਾਕਟਰਸ ਹੋਣ ਚਾਹੇ ਨਰਸਿਸ ਹੋਣ ਜਾਂ ਜਿਹੜਾ ਹੋਰ ਸਟਾਫ ਹੋਵੇ ਉਹ ਫਰੰਟ ਫੁੱਟ ਤੇ ਹੋ ਕੇ ਲਗਾਤਾਰ ਇਸ ਜੰਗ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਵਾਰ ਪੋਜ਼ਿਟਿਵ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਜਾਂ ਕਈ ਵਾਰ ਅਣਗਹਿਲੀ ਦੇ ਵਿੱਚ ਮਰੀਜ਼ ਜਿਹੜੇ ਪੋਜ਼ਿਟਿਵ ਆ ਜਾਂਦੇ ਆ ਉਹਨਾਂ ਨੂੰ ਦੇਖਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਵਾ ਡਾਕਟਰ ਪ੍ਰੋਫੈਸ਼ਨ ਨੂੰ। ਤੇ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਅਸੀਂ ਜਾਣਾਂਗੇ। ਅੱਜ ਡਾਕਟਰਸ ਡੇ ਵੀ ਹੈ ਤੇ 1 ਜੁਲਾਈ ਨੂੰ ਡਾਕਟਰ ਡੇ ਦੇ ਮੌਕੇ ਕਿਸ ਤਰ੍ਹਾਂ ਦੇ ਜੋ ਇਸ ਮਹਾਮਾਰੀ ਦੇ ਵਿੱਚ ਡਾਕਟਰਾਂ ਵੱਲੋਂ ਇਹਤਿਆਤ ਵਰਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੇ ਜੋ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਵੀ ਗੱਲ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਪ੍ਰਸਿੱਧ ਔਰਥੋ ਸਰਜਨ ਡਾਕਟਰ ਰਜਿੰਦਰ ਕਲਿਆਣ। ਸਰ ਸਵਾਗਤ ਹੈ ਜੀ ਦੈਨਿਕ ਸਵੇਰਾ ਤੁਹਾਡਾ। ਹਾਂਜੀ ਵੈਲਕਮ ਜੀ ਸਰ, ਜਿਵੇਂ ਕਿ ਦੱਸਿਆ ਕਿ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਤੇ ਡਾਕਟਰ ਪ੍ਰੋਫੈਸ਼ਨ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਆਪਣੀ ਭੂਮਿਕਾ ਵੱਡੀ ਨਿਭਾ ਰਿਹਾ ਵਾ, ਚਾਹੇ ਪੋਜ਼ਿਟਿਵ ਮਰੀਜ਼ਾਂ ਦੇ ਸਿੱਧਾ ਇਲਾਜ ਕਰਦੇ ਹੋਣ ਜਾਂ ਹੋਰ ਜਿਹੜੇ ਡਾਕਟਰ ਵੀ ਹੋਰ ਜਿਹੜੇ ਡਿਜ਼ੀਜ਼ ਨਾਲ ਜੁੜੇ ਹੋਏ ਡਾਕਟਰ ਨੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਪੇਸ਼ੈਂਟ ਨੂੰ ਇਲਾਜ ਕਰਦੇ ਨੇ ਤੇ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ। ਅੱਜ ਡਾਕਟਰ ਡੇ ਦੇ ਮੌਕੇ ਅਸੀਂ ਇਸ ਮੌਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਕਿਸ ਤਰ੍ਹਾਂ ਦੇ ਪ੍ਰੀਕਾਸ਼ਨਸ ਲੈ ਕੇ ਤੁਸੀਂ ਇਹ ਸਭ ਜਿਹੜਾ ਹੈਗਾ ਪੇਸ਼ੈਂਟ ਨੂੰ ਦੇਖ ਰਹੇ ਹੋ। ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੋਫੈਸ਼ਨ ਦੇ ਬਾਕੀ ਕੋਲੀਗਸ ਨੂੰ, ਮੈਡੀਕਲ ਪ੍ਰੋਫੈਸ਼ਨਲਸ ਨੂੰ ਡਾਕਟਰਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਦੇਣੀਆਂ ਚਾਹੁੰਦਾ ਹਾਂ। ਦੋਸਤੋ, ਇਹ ਸਾਡੇ ਲਈ ਬਹੁਤ ਬੜਾ ਦਿਨ ਹੈ ਔਰ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਬੀਇੰਗ ਅ ਡਾਕਟਰ ਅਸੀਂ ਲੋਕ ਫਰੰਟ ਲਾਈਨ 'ਤੇ ਮੀਡੀਆ ਦੇ ਨਾਲ, ਪੁਲਿਸ ਦੇ ਨਾਲ ਜਾਂ ਸਫਾਈ ਕਰਮੀਆਂ ਦੇ ਨਾਲ ਐਜ਼ ਕਰੋਨਾ ਵਾਰੀਅਰ ਅਸੀਂ ਲੋਕ ਕੰਮ ਕਰ ਰਹੇ ਹਾਂ। ਦੋਸਤੋ, ਪ੍ਰੈਕਟਿਸ ਦੇ ਵਿੱਚ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿਸ ਤਰ੍ਹਾਂ ਕਿ ਭੀੜ ਬਹੁਤ ਜ਼ਿਆਦਾ ਓਪੀਡੀ ਦੇ ਬਾਹਰ ਇਕੱਠੀ ਹੋ ਜਾਂਦੀ ਹੈ ਜਾਂ ਕੋਈ ਐਮਰਜੈਂਸੀ ਕੇਸ ਆਉਂਦਾ ਹੈ ਤਾਂ ਕਾਫੀ ਲੋਕ ਨਾਲ ਉਹਨਾਂ ਦੇ ਅੰਦਰ ਐਮਰਜੈਂਸੀ 'ਚ ਐਂਟਰ ਕਰਨਾ ਚਾਹੁੰਦੇ ਆ। ਸੋ ਅਸੀਂ ਆਪਣੇ ਹਸਪੀਟਲ ਦੇ ਸਟਾਫ ਨੂੰ ਪਹਿਲਾਂ ਐਜੂਕੇਟ ਕੀਤਾ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਉਸ ਤੋਂ ਬਾਅਦ ਅਸੀਂ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਐਜੂਕੇਟ ਕਰਦੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਕਰਨੀ ਹੈ। ਹਸਪੀਟਲ ਦੇ ਵਿੱਚ ਤਕਰੀਬਨ ਹਰ ਸਟੈਪ ਦੇ ਉੱਪਰ ਅਸੀਂ ਲੋਕ ਸੈਨੀਟਾਈਜ਼ਰ ਮੇਨਟੇਨ ਕਰਕੇ ਰੱਖ ਰਹੇ ਹਾਂ। ਹਸਪੀਟਲ 'ਚ ਐਂਟਰ ਕਰਨ ਤੋਂ ਪਹਿਲਾਂ ਵੀ ਹੱਥ ਸੈਨੀਟਾਈਜ਼ ਕਰਵਾਏ ਜਾਂਦੇ ਨੇ। ਉਸ ਤੋਂ ਬਾਅਦ ਬਾਰ-ਬਾਰ ਪੇਸ਼ੈਂਟ ਦੇ ਰਿਸ਼ਤੇਦਾਰਾਂ ਨੂੰ ਵੀ ਸਮਝਾਇਆ ਜਾਂਦਾ ਹੈ। ਦਿਨ ਦੇ ਵਿੱਚ ਉਹਨਾਂ ਨੂੰ ਮੋਟੀਵੇਸ਼ਨਲ ਸੈਸ਼ਨ ਦਿੱਤੇ ਜਾਂਦੇ ਨੇ ਤਾਂ ਕਿ ਅਸੀਂ ਇਹ ਦੋ ਛੋਟੀਆਂ ਜਿਹੜੀਆਂ ਜੇ ਆਪਾਂ ਇਹਨਾਂ ਨੂੰ ਹੱਲ ਕਰ ਲਈਏ ਸੋਸ਼ਲ ਡਿਸਟੈਂਸਿੰਗ ਦਾ ਔਰ ਮਾਸਕ ਪਹਿਨਣ ਦਾ ਤਾਂ ਸਾਡਾ ਕਰੋਨਾ ਤੋਂ ਬਚਾਅ ਹੋ ਸਕਦਾ ਹੈ। ਜੀ ਬਿਲਕੁਲ। ਇਹ ਸਰ ਇਹ ਤਾਂ ਹੋ ਗਏ ਕਰੋਨਾ ਤੋਂ ਬਚਾਅ ਵਾਸਤੇ ਜਿਹੜੇ ਤੁਸੀਂ ਪ੍ਰੀਕਾਸ਼ਨਸ ਯੂਜ਼ ਕਰ ਰਹੇ ਹੋ ਜਾਂ ਲੋਕਾਂ ਨੂੰ ਜਿਹੜੀਆਂ ਸਾਵਧਾਨੀਆਂ ਦੱਸ ਰਹੇ ਹੋ। ਕਰੋਨਾ ਕਾਲ ਦੀ ਸਟਾਰਟਿੰਗ ਦੀ ਗੱਲ ਕਰੀਏ ਤਾਂ ਇਸ ਪ੍ਰੋਫੈਸ਼ਨ ਦੇ ਵਿੱਚ ਵੀ ਉਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਜਦੋਂ ਪੰਜਾਬ ਦੇ ਵਿੱਚ ਕਰੋਨਾ ਦੇ ਪੇਸ਼ੈਂਟ ਵਧਣੇ ਸ਼ੁਰੂ ਹੋਏ ਤਾਂ ਕੁਝ ਜਿਹੜੇ ਅਦਾਰੇ ਸੀਗੇ, ਹਸਪੀਟਲ ਸੀਗੇ, ਉਹਨਾਂ ਵੱਲੋਂ OPD ਅਤੇ ਆਪਣੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਕੁਝ ਦਿਨਾਂ ਵਾਸਤੇ ਬੰਦ ਕੀਤੀਆਂ ਗਈਆਂ। ਆਪਣੇ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦਾ ਉਸ ਟਾਈਮ ਦਾ ਕਿਸ ਤਰ੍ਹਾਂ ਦਾ ਦੌਰ ਰਿਹਾ, ਜਿਹੜੀਆਂ ਸੇਵਾਵਾਂ ਵਾ ਕੁਝ ਬਾਧਿਤ ਹੋਈਆਂ ਜਾਂ ਲਗਾਤਾਰ ਚੱਲਦੀਆਂ ਰਹੀਆਂ ਜੀ? ਮੈਨੂੰ ਇਹ ਦੱਸਣ 'ਚ ਬੜਾ ਮਾਣ ਹੈ ਕਿ ਕਲਿਆਣ ਹਸਪੀਟਲ ਦੇ ਡਾਕਟਰਸ ਨੇ, ਪੈਰਾਮੈਡੀਕਲ ਸਟਾਫ ਨੇ, ਸਾਰੇ ਟੀਮ ਮੈਂਬਰਸ ਨੇ ਮਿਲ ਕੇ ਡਿਸਾਈਡ ਕੀਤਾ ਕਿ ਅਸੀਂ ਇੱਕ ਵੀ ਦਿਨ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਬੰਦ ਨਹੀਂ ਕੀਤੀਆਂ। ਸਾਡੀ OPD ਵੀ ਚੱਲਦੀ ਰਹੀ ਹੈ, ਅਸੀਂ ਐਮਰਜੈਂਸੀ ਦੀਆਂ ਸਰਵਿਸਿਜ਼ ਵੀ ਮੇਨਟੇਨ ਕੀਤੀਆਂ ਨੇ। ਇਹ ਬਹੁਤ ਹੀ ਥੋੜ੍ਹੇ ਹਸਪੀਟਲਾਂ ਦੇ ਵਿੱਚ ਪੋਸੀਬਲ ਹੋ ਪਾਇਆ, ਹਾਲਾਂਕਿ ਬਹੁਤ ਬੜੇ ਹਸਪੀਟਲ ਜਿੱਥੇ OPDs ਕਲੋਜ਼ ਕਰ ਦਿੱਤੀਆਂ ਗਈਆਂ ਸੀ। ਪਰ ਅਸੀਂ ਸੋਚਿਆ ਕਿ ਨਹੀਂ, ਜਿਹੜੇ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ ਉਹਨਾਂ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਸਰਵਿਸਿਜ਼ ਦਿੱਤੀਆਂ ਜਾਣ। ਸੋ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਪਿੱਛੇ ਰੱਖਦੇ ਹੋਏ ਸਮਾਜ ਨੂੰ ਹੀ ਹੈਲਪ ਦੇ ਲਈ OPDs ਔਰ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹ ਮੇਨਟੇਨ ਰੱਖੀਆਂ। ਡਾਇਗਨੋਸਟਿਕ ਸਰਵਿਸਿਜ਼ ਵੀ ਮੇਨਟੇਨ ਰੱਖੀਆਂ। ਅਸੀਂ ਆਪਣੀਆਂ ਅਸੀਂ ਸਾਲ ਦੇ ਵਿੱਚ ਇੱਕ ਬਹੁਤ ਬੜਾ ਜਿਹੜਾ ਹੈਗਾ CTMRI ਦਾ ਪ੍ਰੋਜੈਕਟ ਕਲਿਆਣ ਡਾਇਗਨੋਸਟਿਕ ਦੇ ਨਾਮ 'ਤੇ ਸ਼ੁਰੂ ਕੀਤਾ ਸੀ। ਉਹਦੇ ਲਈ ਵੀ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਅਸੀਂ ਆਪਣੀਆਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਵੀ 24 ਆਵਰ ਓਪਨ ਰੱਖਾਂਗੇ। ਔਰ ਮੈਨੂੰ ਬੜੇ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਸਾਰਾ ਸਟਾਫ ਪੂਰੇ ਫਰੰਟ 'ਤੇ ਡਟ ਕੇ ਉਹਨਾਂ ਨੇ ਇਸ ਮਹਾਮਾਰੀ ਦਾ ਸਾਹਮਣਾ ਕਰਦੇ ਹੋਏ ਆਪਣੀਆਂ ਸਰਵਿਸਿਜ਼ ਦਿੱਤੀਆਂ ਨੇ। ਜੀ ਬਿਲਕੁਲ। ਸਰਵਿਸਿਜ਼ ਜਿਵੇਂ ਦੱਸਿਆ ਤੁਸੀਂ ਕਿ ਲਗਾਤਾਰ ਹਰ ਦਿਨ ਦੇ ਵਿੱਚ ਤੁਸੀਂ ਲਗਾਤਾਰ ਸਰਵਿਸ ਦੇ ਰਹੇ ਹੋ, ਚਾਹੇ ਕਿਸ ਤਰ੍ਹਾਂ ਦਾ ਵੀ ਦੌਰ ਦੇਖਣ ਨੂੰ ਮਿਲਿਆ। ਤੇ ਸਰਵਿਸ ਦੀ ਗੱਲ ਕਰੀਏ ਤਾਂ ਇਸ ਟਾਈਮ ਕਲਿਆਣ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀ ਸਰਵਿਸਿਜ਼ ਦੇ ਰਹੇ ਹੋ? ਔਰਥੋ ਦੀ ਸਰਵਿਸਿਜ਼ ਜਿਹੜੀ ਹੈਗੀਆਂ ਤੁਸੀਂ ਦੇ ਰਹੇ ਹੋ, ਉਸ ਤੋਂ ਇਲਾਵਾ ਨਾਲ ਕੁਝ ਹੋਰ ਵੀ ਐਕਸਟਰਾ ਹੋਰ ਸਰਵਿਸਿਜ਼ ਵੀ ਸ਼ੁਰੂ ਕੀਤੀਆਂ ਵਾ? ਹਾਂਜੀ, ਅਸੀਂ ਹੁਣ ਹਸਪੀਟਲ ਦੇ ਵਿੱਚ ਬਹੁਤ ਹੀ ਐਡਵਾਂਸਡ 1.5 ਟੈਸਲਾ MRI ਯੂਨਿਟ, 32 ਸਲਾਈਸ ਇੰਪੋਰਟਡ ਜੀ ਦਾ ਜਿਹੜਾ ਹੈ ਜੀ CT ਸਕੈਨ
ਔਰ ਬਹੁਤ ਹੀ ਐਡਵਾਂਸ ਜਿਹੜਾ ਹੈਗਾ ਅਸੀਂ ਅਲਟਰਾਸਾਊਂਡ, ਜਿਹਦੇ ਵਿੱਚ ਹਰ ਤਰ੍ਹਾਂ ਦੀ ਅਲਟਰਾਸਾਊਂਡ ਸੇਵਾਵਾਂ, ਇਕੋਕਾਰਡੀਗ੍ਰਾਫੀ ਦੀਆਂ ਸਰਵਿਸਿਜ਼ ਨੇ ਜਿਹੜੀਆਂ ਅਵੇਲੇਬਲ ਨੇ ਕਲਿਆਣ ਡਾਇਗਨੋਸਟਿਕ ਦੇ ਵਿੱਚ। ਉਸ ਤੋਂ ਇਲਾਵਾ ਕਲਿਆਣ ਹਸਪੀਟਲ ਦੇ ਵਿੱਚ ਆਲਰੇਡੀ ਸਾਡੇ ਕੋਲ ਜੁਆਇੰਟ ਰਿਪਲੇਸਮੈਂਟ ਦੇ ਵਿੱਚ ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ ਔਰ ਸਪਾਈਨ ਦੀਆਂ ਸਰਵਿਸਿਜ਼ ਜਿਹੜੀਆਂ ਨੇ, ਐਂਡੋਸਕੋਪਿਕ ਸਪਾਈਨ ਸਰਜਰੀ ਜਿਹੜੀ ਕਿ ਪੰਜਾਬ ਦੇ ਵਿੱਚ ਸਿਰਫ ਗਿਣੇ ਚੁਣੇ 1-2 ਹਸਪੀਟਲਾਂ 'ਚ ਹੋ ਰਹੀ ਹੈ, ਲੁਧਿਆਣੇ ਦੇ ਵਿੱਚ ਸਿਰਫ ਸਾਡੇ ਕੋਲ ਅਵੇਲੇਬਲ ਹੈ, ਜਿਹਦੇ ਵਿੱਚ ਅਸੀਂ ਇੱਕ ਨਿੱਕੇ ਜਿਹੇ ਚੀਰੇ ਦੇ ਨਾਲ, ਇੱਕ ਸਟਿਚ ਦੇ ਨਾਲ, ਜਿਹਨੂੰ ਅਸੀਂ ਆਲਮੋਸਟ ਸਟਿਚਲੈਸ ਸਰਜਰੀ ਕਹਿੰਦੇ ਹਾਂ, ਇੱਕ ਚੀਰੇ ਦੇ ਨਾਲ ਅਸੀਂ ਜਿਹੜਾ ਹੈ ਇੱਕ ਸਟਿਚ ਦੇ ਨਾਲ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਜਾਂ ਡਿਸਕ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ। ਇਹ ਸਾਡੇ ਹਸਪੀਟਲ ਦੇ ਵਿੱਚ ਸਰਵਿਸਿਜ਼ ਬਦਸਤੂਰ ਚੱਲਦੀਆਂ ਰਹੀਆਂ ਨੇ। ਕੋਈ ਵੀ ਸਾਡੀ ਸਰਵਿਸ ਦੇ ਵਿੱਚ ਅਸੀਂ, ਸਾਡੇ ਸਟਾਫ ਨੇ ਮਿਲ ਕੇ ਅਸੀਂ ਕੋਸ਼ਿਸ਼ ਕੀਤਾ ਵੀ ਕੋਈ ਕਮੀ ਨਹੀਂ ਪੈਣ ਦਿੱਤੀ। ਜੀ ਬਿਲਕੁਲ, ਲਗਾਤਾਰ ਸਰਵਿਸਿਜ਼ ਦੇ ਰਹੇ ਹੋ। ਕਈ ਵਾਰ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਜਿਹੜੇ ਡਾਕਟਰਸ ਨੇ ਉਹ ਆਪਣੇ ਸਰਵਿਸਿਜ਼ ਦਿੰਦੇ ਹੋਏ ਵੀ ਕਰੋਨਾ ਦੇ ਨਾਲ ਪੋਜ਼ਿਟਿਵ ਪਾਏ ਗਏ ਨੇ, ਤੇ ਕਿਸ ਤਰ੍ਹਾਂ ਦੀ ਮੁਸ਼ਕਿਲਾਂ, ਕਿਸ ਤਰ੍ਹਾਂ ਦੀ ਸਾਹਮਣਾ ਕਰਨਾ ਪੈ ਰਹੀਆਂ ਵਾ ਇਸ ਦੌਰ ਦੇ ਵਿੱਚ ਜੇ ਗੱਲ ਕਰੀਏ, ਤੇ ਉਹਨਾਂ ਤੋਂ ਬਚਾਅ ਵਾਸਤੇ ਕਿਸ ਤਰ੍ਹਾਂ ਤੁਸੀਂ ਆਪਣੇ ਸਟਾਫ ਨੂੰ ਵੀ ਟ੍ਰੇਨ ਕਰ ਰਹੇ ਹੋ? ਅਸੀਂ ਦੇਖੋ, ਸਭ ਤੋਂ ਜ਼ਰੂਰੀ ਚੀਜ਼, ਜਿਸ ਤਰ੍ਹਾਂ ਬਾਰ-ਬਾਰ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਹੈ, ਸੋਸ਼ਲ ਡਿਸਟੈਂਸਿੰਗ ਔਰ ਮਾਸਕ, ਇਹ ਦੋ ਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਾਰ-ਬਾਰ ਸਾਰਿਆਂ ਦੇ ਕਹਿਣ 'ਤੇ ਸਾਰੇ ਸਟਾਫ ਨੂੰ ਵੀ ਸਮਝਾਇਆ ਜਾਂਦਾ ਹੈ, ਡਾਕਟਰਸ ਨੂੰ, ਟੀਮ ਨੂੰ, ਸਾਰਿਆਂ ਨੂੰ ਸੈਂਸਿਟਾਈਜ਼ ਕੀਤਾ ਜਾਂਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੀਏ ਤਾਂ ਕਿ ਅਸੀਂ ਕੋਰੋਨਾ ਮਹਾਮਾਰੀ ਤੋਂ ਬਚਾ ਕਰ ਸਕੀਏ। ਅਸੀਂ ਸਾਰੇ ਜਣੇ ਮਾਸਕ ਪਹਿਨ ਕੇ ਰੱਖੀਏ ਜਦੋਂ ਵੀ ਪਬਲਿਕ 'ਚ ਜਾਂਦੇ ਹਾਂ। ਪਹਿਲੀ ਗੱਲ ਹੈ, ਬਿਨਾਂ ਮਤਲਬ ਤੋਂ ਘਰ ਤੋਂ ਬਾਹਰ ਨਾ ਜਾਇਆ ਜਾਏ। ਬਹੁਤ ਹੀ ਜ਼ਰੂਰੀ ਕੰਮ ਹੈ, ਜੇ ਕਿਸੇ ਨੇ ਹਸਪੀਟਲ ਵੀ ਆਉਣਾ ਹੈ, ਜੇ ਕੋਈ ਅਡਲਟ ਹੈ ਤਾਂ ਉਹ ਇਕੱਲਾ ਆ ਸਕਦਾ ਹੈ, ਔਰ ਜਿੰਨੇ ਘੱਟ ਤੋਂ ਘੱਟ ਲੋਕ ਬਾਹਰ ਵਿਜ਼ਿਟ ਕਰਨ, ਉਨਾ ਹੀ ਅਸੀਂ ਇਸ ਜਿਹੜਾ ਹੈ ਮਹਾਮਾਰੀ ਤੋਂ ਬਚਾ ਕਰ ਸਕਦੇ ਹਾਂ। ਸਰ, ਅੱਜ ਡਾਕਟਰ ਡੇ ਹੈ। ਡਾਕਟਰ ਡੇ ਦੇ ਮੌਕੇ ਤੁਹਾਡੇ ਔਰਥੋ ਨਾਲ ਤੁਸੀਂ ਸਪੈਸ਼ਲਿਸਟ ਹੋ, ਅਸੀਂ ਜ਼ਰੂਰੀ ਜਾਣਨਾ ਚਾਹਾਂਗੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਹਦਾਇਤਾਂ ਹੈ, ਲੋਕ ਜਿਹੜੀ ਹੱਡੀਆਂ ਸੰਬੰਧੀ ਰੋਗ ਨੇ ਉਹਨਾਂ ਤੋਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਨੇ, ਕਿਸ ਤਰ੍ਹਾਂ ਦੀ ਡਾਈਟ ਅਪਣਾ ਸਕਦੇ ਨੇ ਜਿਹੜੇ ਤਾਂ ਕਿ ਉਹਨਾਂ ਦੀ ਹੱਡੀਆਂ ਜਿਹੜੀਆਂ ਮਜ਼ਬੂਤ ਹੋਣ? ਦੇਖੋ ਦੋਸਤੋ, ਕਰੋਨਾ ਮਹਾਮਾਰੀ ਦਾ ਟਾਈਮ ਜ਼ਰੂਰ ਹੈ, ਲੇਕਿਨ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਨਹੀਂ ਰੁਕਣੀ ਚਾਹੀਦੀ। ਅਸੀਂ ਪਹਿਲਾਂ ਜਿਹੜੇ ਵੀ ਕੰਮ ਕਰ ਰਹੇ ਸੀਗੇ, ਜਿਹੜੇ ਲੋਕ ਹੁਣ ਪਹਿਲਾਂ ਆਫਿਸ ਜਾਂਦੇ ਸੀ, ਆਫਿਸ ਨਹੀਂ ਜਾ ਪਾ ਰਹੇ ਜਾਂ ਕੁਝ ਟਾਈਮ ਲਈ ਜਾ ਪਾ ਰਹੇ ਹੈ, ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣਾ ਜਿਹੜਾ ਡੇਲੀ ਦਾ ਟਾਈਮ ਟੇਬਲ ਆ ਉਹਨੂੰ ਪਹਿਲਾਂ ਵਾਂਗੂ ਮੇਨਟੇਨ ਰੱਖੋ, ਆਪਣੇ ਆਪ ਨੂੰ ਐਕਟਿਵ ਰੱਖੋ। ਤੁਸੀਂ ਘਰ ਦੇ ਅੰਦਰ ਤੁਹਾਡੇ ਕੋਲ ਜਗ੍ਹਾ ਹੈ, ਸੈਰ ਕਰ ਸਕਦੇ ਆ, ਤੁਸੀਂ ਯੋਗਾ ਕਰ ਸਕਦੇ ਆ, ਤੁਸੀਂ ਸਕਿਪਿੰਗ ਕਰ ਸਕਦੇ ਆ। ਬੱਚਿਆਂ ਦੇ ਨਾਲ ਜਿਹੜਾ ਹੈ ਜ਼ਰੂਰੀ ਟਾਈਮ ਬਿਤਾਓ, ਪੇਰੈਂਟਸ ਦੇ ਨਾਲ ਜ਼ਰੂਰੀ ਟਾਈਮ ਬਿਤਾਓ। ਅੱਗੇ ਅਸੀਂ ਹਮੇਸ਼ਾ ਹੀ ਟਾਈਮ ਦੀ ਕਿੱਲਤ ਦੀ ਕੰਪਲੇਂਟ ਕਰਦੇ ਸੀ ਸਾਰੇ ਜਣੇ ਸੁਸਾਇਟੀ ਦੇ ਵਿੱਚ, ਸਾਡੇ ਕੋਲ ਟਾਈਮ ਨਹੀਂ ਹੈ। ਹੁਣ ਸਾਡੇ ਕੋਲ ਟਾਈਮ ਹੈ ਤਾਂ ਅਸੀਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਟਾਈਮ ਦੇ ਸਕਦੇ ਹਾਂ। ਪੁਰਾਣੇ ਦੋਸਤਾਂ ਨੂੰ, ਆਪਣੇ ਨੂੰ ਤੁਸੀਂ ਫੋਨ ਕਰ ਸਕਦੇ ਹੋ, ਉਹਨਾਂ ਨਾਲ ਯਾਦਾਂ ਤਾਜ਼ੀਆਂ ਕਰ ਸਕਦੇ ਹਾਂ, ਤਾਂ ਕਿ ਜਿਹੜਾ ਅਸੀਂ ਇਹ ਡਿਪਰੈਸ਼ਨ ਦਾ ਟਾਈਮ ਹੈ, ਇਕਨੋਮਿਕ ਡਿਪਰੈਸ਼ਨ ਹੈ ਚਾਹੇ ਸਾਈਕੋਲੋਜੀਕਲ ਡਿਪਰੈਸ਼ਨ ਹੈ, ਉਹਦੇ ਤੋਂ ਅਸੀਂ ਇਹ ਦੂਰ ਰਿਹਾ ਜਾ ਸਕਦਾ ਹੈ। ਮੈਂ ਡਾਕਟਰਸ ਡੇ 'ਤੇ ਇੱਕ ਵਾਰੀ ਫੇਰ ਆਪਣੇ ਡਾਕਟਰ ਜਿਹੜੇ ਸਾਡੇ ਬ੍ਰਦਰ ਸਿਸਟਰਸ ਨੇ, ਕੋਲੀਗਸ ਹੈ ਸਾਡੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਹਾਂ। ਸਰ, ਇੱਕ ਮੈਂ ਲਾਸਟ ਕੁਐਸਚਨ ਜ਼ਰੂਰ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਐਡਵਾਈਸ ਹੈ, ਕਿਉਂਕਿ ਤੁਹਾਡੇ ਕੋਲ ਕਾਫੀ ਜਿਹੜੇ ਹੱਡੀਆਂ ਨਾਲ ਸੰਬੰਧਿਤ ਮਰੀਜ਼ ਆਉਂਦੇ ਨੇ, ਕਾਫੀ ਏਜ ਹੋਣ ਤੋਂ ਪਹਿਲਾਂ ਹੀ ਕਈ ਲੋਕਾਂ ਦੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਤੇ ਕਿਸ ਤਰ੍ਹਾਂ ਦੀ ਲੋਕਾਂ ਨੂੰ ਰੂਟੀਨ ਦੇ ਵਿੱਚ ਕਿਸ ਤਰ੍ਹਾਂ ਦੀ ਹਦਾਇਤਾਂ ਨੇ ਤਾਂ ਕਿ ਲੋਕ ਜਿਹੜੇ ਹੈਗੇ ਆ ਆਪਣੀ ਹੱਡੀਆਂ ਦੇ ਸੰਬੰਧੀ ਰੋਗ ਨੂੰ ਤੋਂ ਥੋੜ੍ਹਾ ਨਿਜਾਤ ਪਾ ਸਕਣ ਜਾਂ ਇਸ ਤੋਂ ਪਰਹੇਜ਼ ਕੀਤਾ ਜਾ ਸਕੇ? ਸੋ ਜਿਹੜਾ ਅੱਜ ਕੱਲ੍ਹ ਦਾ ਟਾਈਮ ਹੈ ਉਹ ਸਾਡੇ ਕੋਲ ਜਿਹੜੀਆਂ ਫੈਸਿਲਿਟੀਜ਼ ਬਹੁਤ ਜ਼ਿਆਦਾ ਨੇ, ਸੋ ਸਾਨੂੰ ਜਿਹੜਾ ਆਪਣਾ ਡੇਲੀ ਦਾ ਲਾਈਫ ਸਟਾਈਲ ਹੈ ਉਹਨੂੰ ਐਕਟਿਵ ਰੱਖਣਾ ਚਾਹੀਦਾ ਔਰ ਉਹਨੂੰ ਸਿੰਪਲ ਰੱਖਣਾ ਚਾਹੀਦਾ। ਖਾਣਾ ਪੀਣਾ ਸਾਡਾ ਸਿੰਪਲ ਹੋਣਾ ਚਾਹੀਦਾ ਹੈ, ਬਾਹਰਲਾ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਹੈ, ਤੁਹਾਨੂੰ ਬੈਲੈਂਸ ਡਾਈਟ ਲੈਣੀ ਚਾਹੀਦੀ ਹੈ, ਤੁਹਾਨੂੰ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਹੈ, ਔਰ ਤੁਹਾਨੂੰ ਘਰ ਦੇ ਕੰਮ ਛੋਟੇ ਮੋਟੇ ਉਹਨੂੰ ਤੁਸੀਂ ਐਜ਼ ਐਕਸਰਸਾਈਜ਼ ਸੋਚ ਕੇ ਕਰੋ ਜਾਂ ਜਿਸ ਤਰ੍ਹਾਂ ਵੀ ਕਰੋ, ਔਰ ਲਾਈਫ ਸਟਾਈਲ ਆਪਣਾ ਐਕਟਿਵ ਮੇਨਟੇਨ ਰੱਖੋ ਤਾਂ ਕਿ ਤੁਸੀਂ ਜਦੋਂ ਤੁਹਾਡੀ ਏਜ 50 ਤੋਂ ਕ੍ਰੋਸ ਕਰ ਜਾਂਦੀ ਹੈ ਜਾਂ 55-60 ਕ੍ਰੋਸ ਕਰ ਜਾਂਦੀ ਹੈ ਤਾਂ ਤੁਹਾਡੀਆਂ ਮਾਸਪੇਸ਼ੀਆਂ ਦੀ ਤਾਕਤ ਬਣੀ ਰਹੇ, ਤੁਹਾਡੀ ਹੱਡੀਆਂ ਦੀ ਤਾਕਤ ਬਣੀ ਰਹੇ। ਬੈੱਡ 'ਤੇ ਬਿਨਾਂ ਗੱਲ ਤੋਂ ਨਾ ਬੈਠੋ, ਐਕਟਿਵ ਲਾਈਫ ਸਟਾਈਲ ਰੱਖੋ ਤਾਂ ਕਿ ਚੇਅਰ 'ਤੇ ਬੈਠੋ ਤਾਂ ਕਿ ਤੁਸੀਂ ਉੱਠ ਸਕੋ ਬਾਰ-ਬਾਰ। ਜ਼ਿਆਦਾ ਦੇਰ ਦਿਨ ਦੇ ਟਾਈਮ 'ਤੇ ਕੋਸ਼ਿਸ਼ ਕਰੋ ਕਿ ਬੈੱਡ 'ਤੇ ਬਿਲਕੁਲ ਨਾ ਲੇਟਿਆ ਜਾਏ। ਡੇ ਟਾਈਮ 'ਤੇ ਤੁਸੀਂ ਐਕਟਿਵ ਰਹੋ, ਸਿਰਫ ਰਾਤ ਦਾ ਟਾਈਮ ਸੌਣ ਦੇ ਲਈ ਤੁਸੀਂ ਮੇਨਟੇਨ ਰੱਖੋ ਆਪਣਾ। ਠੀਕ, ਥੈਂਕ ਯੂ। ਸਰ, ਕੈਲਸ਼ੀਅਮ ਦਾ ਬੜਾ ਵੱਡਾ ਰੋਲ ਦੇਖਣ ਨੂੰ ਮਿਲਿਆ ਵਾ ਕਿ ਜਿਹੜੀ ਹੱਡੀਆਂ ਦੇ ਵਿੱਚ ਹੱਡੀਆਂ ਤੋਂ ਕਮਜ਼ੋਰ ਹੁੰਦੀਆਂ, ਅਤੇ ਕਿਸ ਤਰ੍ਹਾਂ ਦੀ ਡਾਈਟ ਦੇ ਵਿੱਚ ਆਪਾਂ ਇਹਨੂੰ ਕਿਸ ਤਰ੍ਹਾਂ ਲੈ ਸਕਦੇ ਹਾਂ, ਜਾਂ ਲੋਕ ਕਿਸ ਤਰ੍ਹਾਂ ਇਹਨੂੰ ਐਜ਼ ਮੈਡੀਸਨ ਕਿਸ ਤਰ੍ਹਾਂ ਯੂਜ਼ ਕਰ ਸਕਦੇ ਨੇ, ਜਾਂ ਜੇ ਕਿਸੇ ਪੇਸ਼ੈਂਟ ਨੂੰ ਕੁਛ ਇਸ ਦੀ ਕਮੀ ਨਜ਼ਰ ਆਉਂਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ?
ਦੇਖੋ ਕੈਲਸ਼ੀਅਮ ਦੀ ਡਿਮਾਂਡ ਜਿਹੜੀ ਹੈ ਜੀ ਇਹ ਜ਼ਰੂਰ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਕਿ ਸਾਡਾ ਲਾਈਫ ਸਟਾਈਲ ਐਕਟਿਵ ਨਹੀਂ ਹੈ, ਇਸ ਕਰਕੇ ਕੈਲਸ਼ੀਅਮ ਦੀ, ਵਿਟਾਮਿਨ ਡੀ ਦੀ ਕਮੀ ਅਸੀਂ ਬਹੁਤ ਹੀ ਯੰਗ ਪੇਸ਼ੈਂਟਸ ਵਿੱਚ ਦੇਖਣ ਨੂੰ ਅੱਜ ਕੱਲ੍ਹ ਮਿਲ ਰਹੀ ਹੈ ਸਾਨੂੰ ਪ੍ਰੈਕਟਿਸ ਦੇ ਵਿੱਚ। ਸੋ ਟ੍ਰੀਟਮੈਂਟ ਉਹਦਾ ਜੀ ਉਹਦੇ 'ਚ ਕੀ ਹੈ ਕਿ ਤੁਸੀਂ ਆਪਣਾ, ਫਿਰ ਅਸੀਂ ਕਹਿੰਦੇ ਕਿ ਤੁਸੀਂ ਲਾਈਫ ਸਟਾਈਲ ਐਕਟਿਵ ਰੱਖੋ, ਸੈਰ ਕਰੋ, ਕੋਈ ਛੋਟੀ ਮੋਟੀ ਐਕਸਰਸਾਈਜ਼ ਨਾਲ ਆਪਣੀ 40-45 ਮਿੰਟ ਦੀ ਹਰ ਰੋਜ਼ ਜ਼ਰੂਰ ਕਰੋ। ਉਸ ਤੋਂ ਇਲਾਵਾ ਕੈਲਸ਼ੀਅਮ ਦਾ ਸਪਲੀਮੈਂਟੇਸ਼ਨ ਤੁਹਾਨੂੰ ਡਾਕਟਰ ਤੋਂ ਪੁੱਛ ਕੇ ਹੀ ਲੈਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਜ਼ਰੂਰਤ ਤੋਂ ਜ਼ਿਆਦਾ ਕੈਲਸ਼ੀਅਮ ਖਾਂਦੇ ਹਾਂ ਉਹਦੇ ਨਾਲ ਕੈਲਸ਼ੀਅਮ ਸਟੋਨ ਬਣ ਜਾਂਦੇ ਆ, ਜਾਂ ਕਈ ਵਾਰ ਸਾਡੇ ਕੋਲ ਵਿਟਾਮਿਨ ਡੀ ਵੀ ਜਿਹੜੇ ਪੇਸ਼ੈਂਟਸ ਆਪਣੇ ਆਪ ਹੀ ਲਈ ਜਾ ਰਹੇ ਨੇ, ਵਿਟਾਮਿਨ ਡੀ ਇੰਟੌਕਸੀਕੇਸ਼ਨ ਦੇ ਪੇਸ਼ੈਂਟ ਵੀ ਆ ਰਹੇ ਨੇ, ਉਹਨਾਂ ਨੇ ਓਵਰਡੋਜ਼ ਲੈ ਲਈ ਹੈ ਵਿਟਾਮਿਨ ਡੀ ਦੀ। ਤੋ ਜਿਹੜੇ ਕੈਮੀਕਲਸ ਹੈ ਇਹ ਤੁਸੀਂ ਡਾਕਟਰਸ ਕੋਲੋਂ ਪੁੱਛ ਕੇ ਹੀ, ਇਹ ਟ੍ਰੀਟਮੈਂਟ ਹੈ, ਇਹ ਟ੍ਰੀਟਮੈਂਟ ਜਿਹੜਾ ਹੈ ਤੁਹਾਨੂੰ ਡਾਕਟਰ ਦੇ ਪੁੱਛ ਕੇ ਉਹਦੀ ਮਾਤਰਾ ਕਿੰਨੀ ਲੈਣੀ ਹੈ ਉਹ ਵੀ ਡਾਕਟਰ ਕੋਲੋਂ ਪੁੱਛ ਕੇ ਲੈਣੀ ਚਾਹੀਦੀ ਹੈ, ਔਰ ਕਿੰਨੇ ਟਾਈਮ ਲਈ ਲੈਣਾ ਹੈ ਇਹ ਵੀ ਤੁਹਾਨੂੰ ਡਾਕਟਰ ਕੋਲੋਂ ਪੁੱਛ ਕੇ ਹੀ ਲੈਣਾ ਚਾਹੀਦਾ ਹੈ। ਪਰ ਕੈਲਸ਼ੀਅਮ ਅਦਰਵਾਈਜ਼ ਅਸੀਂ ਰੂਟੀਨ 'ਚ ਸਿਰਫ ਜਿਹੜੇ ਲੇਡੀਜ਼ ਹੈ ਜਿਨ੍ਹਾਂ ਦਾ ਮੀਨੋਪੌਜ਼ ਹੋ ਚੁੱਕਿਆ 45-50 ਤੋਂ ਬਾਅਦ, ਜਿਨ੍ਹਾਂ ਦੇ ਮੈਂਸਟਰੁਅਲ ਪੀਰੀਅਡਸ ਬੰਦ ਹੋ ਚੁੱਕੇ ਹੈ, ਉਹਨਾਂ ਨੂੰ ਹੀ ਅਸੀਂ ਆਫ ਦਾ ਕਾਊਂਟਰ ਅਸੀਂ ਕਹਿੰਦੇ ਕਿ ਤੁਸੀਂ ਸਾਰੀ ਉਮਰ ਲਈ ਲਓ। ਅਦਰਵਾਈਜ਼ ਬਾਕੀ ਸਾਰੇ ਜਿਹੜੇ ਸਾਡਾ ਸਮਾਜ ਦੇ ਵਰਗ ਹੈ ਉਹਨਾਂ ਨੂੰ ਡਾਕਟਰ ਤੋਂ ਪੁੱਛ ਕੇ ਹੀ ਕੈਲਸ਼ੀਅਮ ਸਪਲੀਮੈਂਟੇਸ਼ਨ ਲੈਣੀ ਚਾਹੀਦੀ ਹੈ। ਸਰ ਮੇਰਾ ਹੁਣ ਇੱਕ ਲਾਸਟ ਕੁਐਸਚਨ ਹੈ, ਅੱਜ ਡਾਕਟਰ ਡੇ ਦੇ ਮੌਕੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ, ਕਿਉਂਕਿ ਕਰੋਨਾ ਮਹਾਮਾਰੀ ਦਾ ਵੀ ਦੌਰ ਚੱਲ ਰਿਹਾ, ਲੋਕ ਕਿਸ ਤਰ੍ਹਾਂ ਇਹਤਿਆਤ ਵਰਤਣ ਤੇ ਸਾਵਧਾਨੀ ਦੇ ਨਾਲ ਆਪਣਾ ਜੀਵਨ ਯਾਪਨ ਕਰਨ, ਤੇ ਨਾਲ ਹੋਰ ਕਿਸ ਤਰ੍ਹਾਂ ਦੀ ਤੁਹਾਡੇ ਲੋਕਾਂ ਨੂੰ ਅਪੀਲ? ਦੋਸਤੋ ਡਾਕਟਰ ਡੇ 'ਤੇ ਪਹਿਲਾਂ ਤਾਂ ਮੈਂ ਆਪਣੇ ਸਾਥੀਆਂ ਨੂੰ ਇੱਕ ਵਾਰ ਫਿਰ ਬਹੁਤ ਵਧਾਈ ਦਿੰਦਾ ਹਾਂ ਕਿ ਇਸ ਦਿਨ ਅਸੀਂ ਆਪਣੇ ਪ੍ਰੋਫੈਸ਼ਨ 'ਤੇ ਫਖਰ ਮਹਿਸੂਸ ਕਰੀਏ ਕਿ ਸਾਨੂੰ ਰੱਬ ਨੇ ਡਾਕਟਰ ਬਣਨ ਦਾ ਔਰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਦੂਸਰੀ ਗੱਲ ਹੈ ਕਿ ਇਸ ਟਾਈਮ 'ਤੇ, ਕਰੋਨਾ ਮਹਾਮਾਰੀ ਦੇ ਟਾਈਮ 'ਤੇ ਡਾਕਟਰੀ ਪ੍ਰੋਫੈਸ਼ਨ ਵੀ ਮੀਡੀਆ ਦੇ ਨਾਲ, ਪੁਲਿਸ ਦੇ ਕਰਮੀਆਂ ਦੇ ਨਾਲ, ਸਫਾਈ ਕਰਮੀਆਂ ਦੇ ਨਾਲ ਐਜ਼ ਕਰੋਨਾ ਵਾਰੀਅਰ ਪੂਰਾ ਫਰੰਟ 'ਤੇ ਜੂਝ ਰਿਹਾ ਹੈ। ਔਰ ਮੈਂ ਸਮਾਜ ਦੇ ਲੋਕਾਂ ਨੂੰ ਵੀ ਇਹ ਅਪੀਲ ਕਰਾਂਗਾ ਕਿ ਅਸੀਂ ਇਹ ਜਿਹੜੇ ਸਾਡੇ ਗਰੁੱਪਸ ਹੈ, ਸੋਸ਼ਲ ਗਰੁੱਪਸ ਹੈ ਜਿਹੜੇ ਸਾਡੇ, ਇਹਨਾਂ ਦੇ ਵਿੱਚ ਤੁਸੀਂ ਜਿਹੜੇ ਕਰੋਨਾ ਵਾਰੀਅਰਸ ਨੇ ਇਹਨਾਂ ਦੀ ਪੂਰੀ ਰਿਸਪੈਕਟ ਕਰੋ। ਇਹ ਲੋਕ ਆਪਣੀਆਂ ਪਰਸਨਲ ਪ੍ਰੋਬਲਮਸ ਨੂੰ ਪਿੱਛੇ ਛੱਡ ਕੇ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਸੇਵਾ ਦੇ ਵਿੱਚ, ਕੰਮ ਦੇ ਵਿੱਚ ਲੱਗੇ ਹੋਏ ਨੇ। ਥੈਂਕ ਯੂ।